ਸੋ ਆਓ ਅੱਜ ਦੇ ਪਾਵਨ ਸਲੋਕ ਦੇ ਦੁਆਰਾ ਭਗਤ ਜੀ ਆਪਾਂ ਨੂੰ ਇਹ ਬਖਸ਼ਿਸ਼ ਤੇ ਰਹਿਮਤ ਕਰਕੇ ਸਮਝਾਉਣਗੇ। ਪਰਮੇਸ਼ਰ ਦੇ ਨਾਮ ਦੇ ਨਾਲੋਂ ਟੁੱਟ ਕਰਕੇ ਸਾਰੀ ਉਮਰਾਂ ਜਿਹੜੀ ਹੈ ਉਹ ਬਤੀਤ ਹੋ ਜਾਂਦੀ ਹੈ, ਪਰ ਜਦੋਂ ਬੰਦਾ ਖਿਆਲ ਮਾਰ ਕਰਕੇ ਦੇਖਦਾ ਹੈ ਤਾਂ ਫਿਰ ਇਸ ਗੱਲ ਦੀ ਆਪਾਂ ਨੂੰ ਸੋਝੀ ਪ੍ਰਾਪਤ ਹੁੰਦੀ ਹੈ ਕਿ ਜਿਸ ਕਾਰਜ ਦੇ ਵਾਸਤੇ ਸੰਸਾਰ ਦੇ ਉੱਪਰ ਆਏ ਸੀ ਉਹ ਕਾਰਜ ਸਾਡੇ ਪਾਸੋਂ ਹੋ ਨਹੀਂ ਸਕਿਆ। ਇਹਦਾ ਸਾਰਿਆਂ ਤੋਂ ਵੱਡਾ ਕਾਰਨ ਕੀ ਹੈ, ਜਿਸ ਕਰਕੇ ਅਸੀਂ ਪਰਮੇਸ਼ਰ ਦੇ ਦਰਸਾਏ ਹੋਏ ਮਾਰਗ ਦੇ ਉੱਪਰ ਨਹੀਂ ਤੁਰ ਪਾਉਂਦੇ। ਕਿਹੜੀ ਚੀਜ਼ ਸਾਡੇ ਮਨਾਂ ਦੇ ਅੰਦਰ ਘਰ ਕਰ ਜਾਂਦੀ ਹੈ ਜਿਹੜੀ ਸਾਨੂੰ ਇਸ ਪਾਸੇ ਵੱਲ ਨੂੰ ਤੁਰਨ ਨਹੀਂ ਦਿੰਦੀ। ਇਸ ਤੋਂ ਸਾਨੂੰ ਅੱਜ ਭਗਤ ਜੀ ਸੁਚੇਤ ਕਰ ਰਹੇ ਨੇ। ਸੋ ਅੱਜ ਦੇ ਪਾਵਨ ਤੇ ਪਵਿੱਤਰ ਸਲੋਕ ਦੀਆਂ ਪੰਕਤੀਆਂ ਭਗਤ ਜੀ ਨੇ ਉਚਾਰਨ ਕੀਤੀਆਂ। ਕਬੀਰ ਰਾਮ ਨਾ ਚੇਤਿਓ, ਫਿਰਿਆ ਲਾਲਚ ਮਾਹੇ, ਪਾਪ ਕਰੰਤਾ ਮਰ ਗਿਆ, ਔਦ ਪੁੰਨੀ ਖਿਨ ਮਾਹੇ। ਭਗਤ ਜੀ ਆਖਦੇ ਨੇ ਸਲੋਕ ਦੇ ਅੰਦਰ ਕਿ ਜੀਵਨ ਦਾ ਵਿਗਾੜ ਕਿੱਥੋਂ ਪਿਆ ਤੇ ਕਿਹੜੇ ਕਾਰਨਾਂ ਦੇ ਕਰਕੇ ਇਹ ਸਾਰੀ ਹਾਲਤ ਬਣੀ। ਸਾਰਿਆਂ ਤੋਂ ਪਹਿਲਾਂ ਕਹਿੰਦੇ ਨੇ ਕਬੀਰ ਰਾਮ ਨਾ ਚੇਤਿਓ, ਕਿਉਂਕਿ ਹੁਣ ਜ਼ਿੰਦਗੀ ਦਾ ਅਸਲੀ ਮਨੋਰਥ ਤੇ ਮੁੱਢ ਤਾਂ ਇਹੋ ਹੀ ਹੈ ਕਿ ਪਰਮੇਸ਼ਰ ਦਾ ਨਾਮ ਜਪਣਾ। ਗੁਰਬਾਣੀ ਦੇ ਅੰਦਰ ਸਾਨੂੰ ਵਾਰ-ਵਾਰ ਇਸੇ ਗੱਲ ਦੇ ਉੱਪਰ ਹੀ ਜ਼ੋਰ ਦਿੱਤਾ ਹੋਇਆ ਹੈ ਕਿ ਆਪਾਂ ਜਿੰਨਾ ਵੀ ਵੱਧ ਤੋਂ ਵੱਧ ਸਮਾਂ ਹੋ ਸਕੇ ਉਹ ਪਰਮੇਸ਼ਰ ਦੇ ਪਾਸ ਬੈਠ ਕਰਕੇ ਜਾਂ ਕੰਮ ਕਾਰਜ ਕਰਦਿਆਂ ਉਸ ਨੂੰ ਯਾਦ ਹੀ ਰੱਖਣਾ ਹੈ, ਸਦਾ ਆਪਣੇ ਹਿਰਦੇ ਦੇ ਵਿੱਚ ਕਦੇ ਵਾਸਤੇ ਵੀ ਵਿਸਰਨ ਨਹੀਂ ਦੇਣਾ। ਪਰ ਭਗਤ ਕਬੀਰ ਜੀ ਕਹਿੰਦੇ ਸਾਰਿਆਂ ਤੋਂ ਵੱਡਾ ਸਾਡੇ ਕੋਲੋਂ ਕਾਰਜ ਇਹ ਖੁੰਝ ਗਿਆ ਕਿ ਕਬੀਰ ਰਾਮ ਨਾ ਚੇਤਿਓ। ਅਸੀਂ ਪਰਮੇਸ਼ਰ ਨੂੰ ਚੇਤੇ ਕਦੇ ਵੀ ਯਾਦ ਨਹੀਂ ਕੀਤਾ। ਕਾਰਨ ਕੀ ਬਣਿਆ, ਫਿਰਿਆ ਲਾਲਚ ਮਾਹੇ। ਜ਼ਿੰਦਗੀ ਦੇ ਕਈ ਪ੍ਰਕਾਰ ਦੇ ਲਾਲਚ ਮਨ ਦੇ ਅੰਦਰ ਲੈ ਕਰਕੇ ਜਿੱਥੇ ਲਾਲਚ ਆ ਜਾਂਦਾ ਹੈ ਉੱਥੇ ਭਗਤ ਜੀ ਕਹਿੰਦੇ ਫਿਰ ਪਾਪ ਕਰੰਤਾ ਮਰ ਗਿਆ। ਇਹ ਦੋ ਚੀਜ਼ਾਂ ਪਹਿਲੂ ਤੇ ਚੱਲਦੀਆਂ ਨੇ। ਬੰਦਾ ਪਾਪ ਉਦੋਂ ਕਰਦਾ ਹੈ ਜਦੋਂ ਮਨ ਦੇ ਅੰਦਰੋਂ ਲਾਲਚੀ ਹੋ ਜਾਂਦਾ ਹੈ। ਜਦੋਂ ਕਿਸੇ ਚੀਜ਼ ਨੂੰ ਮਨ ਦੇ ਅੰਦਰ ਧਾਰਨ ਕਰ ਲੈਂਦਾ, ਕਿਸੇ ਚੀਜ਼ ਦਾ ਲਾਲਚ ਵੱਜ ਜਾਂਦਾ ਹੈ ਹਿਰਦੇ ਅੰਦਰ, ਫਿਰ ਆਪਾਂ ਕਹਿ ਦਿੰਦੇ ਹੁਣ ਇਸ ਚੀਜ਼ ਨੂੰ ਮੈਂ ਪ੍ਰਾਪਤ ਕਰਾਂਗਾ, ਇਹਦੇ ਵਾਸਤੇ ਮੈਨੂੰ ਕਿੱਡੇ ਤੋਂ ਕਿੱਡਾ ਭਾਰੀ ਜਿਹੜਾ ਹੈ ਉਹ ਪਾਪ ਕਰਨਾ ਪੈ ਜਾਵੇ ਭਾਵੇਂ। ਤਾਂ ਭਗਤ ਜੀ ਨੇ ਇੱਥੇ ਲਾਲਚ ਸ਼ਬਦ ਪਹਿਲਾਂ ਵਰਤਿਆ ਤੇ ਪਾਪ ਬਾਅਦ ਦੇ ਵਿੱਚ ਕਹਿਣ ਲੱਗੇ ਅੰਦਰ ਤੋਂ ਲਾਲਚੀ ਹੋ ਗਿਆ। ਲਾਲਚ ਦੇ ਵਿੱਚ ਫਸ ਕਰਕੇ ਤੇ ਫਿਰ ਇਹਨੇ ਪਾਪ ਕਰਨੇ ਸ਼ੁਰੂ ਕਰ ਦਿੱਤੇ। ਪਾਪ ਕਰੰਤਾ ਮਰ ਗਿਆ। ਪਾਪ ਕਰਦਾ ਕਰਦਾ ਹੀ ਇਸ ਸੰਸਾਰ ਦੇ ਵਿੱਚੋਂ ਕੂਚ ਕਰ ਗਿਆ। ਔਦ ਪੁੰਨੀ ਖਿਨ ਮਾਹੀ। ਇੱਦਾਂ ਹੋਇਆ ਕਿ ਜਿਸ ਤਰ੍ਹਾਂ ਇੱਕ ਖਿਨ ਦੇ ਅੰਦਰ ਸਾਰੀ ਔਦ ਜਿਹੜੀ ਹੈ ਨਾ ਉਹ ਖਤਮ ਹੋ ਗਈ, ਇੱਕ ਖਿਨ ਦੇ ਅੰਦਰ। ਕਿਉਂਕਿ ਜਦੋਂ ਅੰਤ ਦਾ ਸਮਾਂ ਵਰਤਦਾ ਹੈ ਉਦੋਂ ਇੰਨਾ ਕੀ ਟਾਈਮ ਲੱਗਦਾ, ਇੱਕ ਖਿਨ ਕੀ, ਇੱਕ ਖਿਨ ਦੇ ਅੰਦਰ ਹੀ ਸਾਰਾ ਕੁਝ ਪਰਾਇਆ ਹੋ ਜਾਂਦਾ ਜੀਵ ਦਾ। ਪਰ ਮੁੱਢ ਦੀ ਗੱਲ ਇਹ ਹੈ ਕਿ ਭਗਤ ਜੀ ਕਹਿੰਦੇ ਅਸੀਂ ਸਾਰੀ ਉਮਰਾਂ ਜਿਹੜੀ ਹੈ ਉਹ ਲਾਲਚ ਦੇ ਵਿੱਚ ਪੈ ਕਰਕੇ ਪਾਪ ਕਰਦਿਆਂ ਕਰਦਿਆਂ ਇਹ ਕੱਢ ਦਿੱਤੀ ਤੇ ਕਦੇ ਵੀ ਪਰਮੇਸ਼ਰ ਨੂੰ ਜਾਣਿਆ ਨਹੀਂ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ ਟੋਡੀ ਰਾਗ ਦੇ ਅੰਦਰ।
ਉੱਥੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਮਾਨੁਖ ਬਿਨ ਬੂਝੇ ਬਿਰਥਾ ਆਇਆ। ਜਿਨੇ ਸੰਸਾਰ ਦੇ ਵਿੱਚ ਆਣ ਕਰਕੇ ਆਪਣੇ ਜਨਮ ਮਨੋਰਥ ਨੂੰ ਨਹੀਂ ਨਾ ਸਮਝਿਆ, ਉਹਦਾ ਸੰਸਾਰ ਦੇ ਉੱਪਰ ਆਇਆ ਹੋਇਆ ਸਾਰਾ ਜਿਹੜਾ ਹੈ ਉਹ ਵਿਅਰਥ ਹੀ ਚਲਿਆ ਗਿਆ। ਚਾਹੇ ਉਹਨੇ ਇੱਥੇ ਆਣ ਕਰਕੇ ਕੋਈ 2 ਸਾਲ ਜਾਂ 10 ਸਾਲ 50 100 ਸਾਲ ਦੀ ਉਮਰ ਚਾਹੇ ਬਤੀਤ ਕਰ ਲਈ ਹੋਵੇ, ਪਰ ਮਾਨੁਖ ਬਿਨ ਬੂਝੇ ਦਾ ਭਾਵ ਹੁੰਦਾ ਕਿ ਸਮਝਿਆ ਹੀ ਨਹੀਂ ਆਪਣੇ ਆਪ ਨੂੰ, ਮੇਰਾ ਕਾਰਨ ਕੀ ਸੀ ਆਉਣ ਦਾ, ਮੈਂ ਕਿੱਦਾਂ ਆਇਆ ਇੱਥੇ, ਕਦੋਂ ਸੰਸਾਰ ਦੇ ਵਿੱਚੋਂ ਤੁਰ ਜਾਣਾ। ਇਹ ਸਾਰੀਆਂ ਸਮਝਣ ਦੀਆਂ ਗੱਲਾਂ ਨੇ ਜਿਨ੍ਹਾਂ ਨੂੰ ਸਤਿਗੁਰੂ ਜੀ ਸਾਨੂੰ ਵਾਰ-ਵਾਰ ਚੇਤੇ ਕਰਾਉਂਦੇ ਨੇ। ਪਰ ਜਿਹੜਾ ਨਹੀਂ ਸਮਝ ਸਕਿਆ ਉਹਨੂੰ ਸਤਿਗੁਰੂ ਕਹਿੰਦੇ ਬਿਰਥਾ ਆਇਆ। ਉਹਦੇ ਆਉਣ ਦਾ ਕੋਈ ਲਾਹਾ ਨਹੀਂ ਹੋ ਸਕਿਆ, ਸੰਸਾਰ ਦੇ ਵਿੱਚ ਵਿਅਰਥ ਹੀ ਆਣ ਕਰਕੇ ਚਲਿਆ ਗਿਆ। ਪਰ ਅਸੀਂ ਜਦੋਂ ਆਪਣੇ ਆਪ ਵੱਲ ਖਿਆਲ ਮਾਰ ਕਰਕੇ ਦੇਖਦੇ ਹਾਂ ਤੇ ਸਾਨੂੰ ਤਾਂ ਇਹ ਨਹੀਂ ਲੱਗਦਾ ਕਿ ਅਸੀਂ ਬਿਰਥਾ ਆਏ ਸੰਸਾਰ ਦੇ ਵਿੱਚ। ਪਰ ਸਤਿਗੁਰੂ ਪਾਤਸ਼ਾਹ ਜੀ ਉੱਥੇ ਅੱਗੇ ਸ਼ਬਦ ਵਰਤਦੇ ਨੇ, ਕਹਿਣ ਲੱਗੇ ਅਨਕ ਸਾਜ ਸਿਗਾਰ ਬਹੁ ਕਰਤਾ। ਚਾਹੇ ਅਸੀਂ ਆਪਣੇ ਇਸ ਜਨਮ ਨੂੰ ਲੈ ਕਰਕੇ ਬੰਦਾ ਕਈ ਪ੍ਰਕਾਰ ਦੇ ਅਨਕ ਸਾਜ ਸਿਗਾਰ ਬਹੁ ਕਰਤਾ, ਕਈ ਪ੍ਰਕਾਰ ਦੇ ਸ਼ਿੰਗਾਰ ਕਰਦਾ ਸਰੀਰ ਦੇ, ਇਹਨੂੰ ਸਵਾਰਨ ਦੀ ਕਿੰਨੀ ਕੋਸ਼ਿਸ਼ ਕਰਕੇ ਰੱਖਦਾ ਹੈ। ਪਰ ਕਹਿਣ ਲੱਗੇ ਜੋ ਮਿਰਤਕ ਉਡਾਇਆ, ਜੇ ਇਹਨਾਂ ਚੀਜ਼ਾਂ ਦੇ ਵਿੱਚ ਪਰਮੇਸ਼ਰ ਦੀ ਯਾਦ ਨਹੀਂ ਨਾ ਹੈਗੀ ਤਾਂ ਇਹ ਵੀ ਸਾਰਾ ਕੁਝ ਤੂੰ ਮੁਰਦੇ ਪੁਣੇ ਦੇ ਨਾਲ ਹੀ ਕਰਦਾ ਪਿਆ ਵਾ, ਜੀਂਦੇ ਜੀ ਨਹੀਂ। ਸਵਾਸ ਤਾਂ ਚਾਹੇ ਚੱਲਦੇ ਪਏ ਨੇ ਇਸ ਸਰੀਰ ਦੇ ਅੰਦਰ, ਪਰ ਪਰਮੇਸ਼ਰ ਦੇ ਨਾਮ ਦੇ ਨਾਲੋਂ ਟੁੱਟ ਕਰਕੇ ਤਾਂ ਜੀਂਦਾ ਜੀ ਹੀ ਸਤਿਗੁਰੂ ਕਹਿੰਦੇ ਤੂੰ ਮੁਰਦੇ ਦੀ ਤਰ੍ਹਾਂ ਹੈ। ਨਾਮ ਨਹੀਂ ਹੈ ਤੇ ਮੰਨ ਲਾ ਕਿ ਇਸ ਮੁਰਦੇ ਨੂੰ ਹੀ ਸਵਾਰਦਿਆਂ ਸਾਰੀ ਉਮਰ ਨਿਕਲ ਗਈ। ਅੱਗੇ ਬਚਨ ਨੇ ਕਹਿਣ ਲੱਗੇ ਧਾਏ ਕਿਰਪਨ ਸ਼ਰਮ ਕੀਨੋ ਇਕੱਤਰ ਕਰੀ ਹੈ ਮਾਇਆ। ਜਿੱਦਾਂ ਭਗਤ ਜੀ ਆਪਾਂ ਨੂੰ ਸਮਝਾ ਰਹੇ ਨੇ ਕਿ ਲਾਲਚ ਪਾਪ ਵਿੱਚ ਫਸ ਕਰਕੇ ਸਾਰੀ ਉਮਰ ਨਿਕਲਦੀ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਜੀਵਨ ਮਨੋਰਥ ਦੀ ਸੂਝ ਤੋਂ ਬਿਨਾਂ ਮਨੁੱਖ ਨੇ ਧਾਏ ਕਿਰਪਨ ਸ਼ਰਮ ਕੀਨੋ। ਧਾਏ ਦਾ ਅਰਥ ਹੁੰਦਾ ਹੈ ਭੱਜ ਕਰਕੇ ਜਾਣਾ, ਕਿਰਪਨ ਦਾ ਅਰਥ ਹੁੰਦਾ ਹੈ ਸੂਮਪੁਣਾ ਵਰਤਣਾ। ਧਾ ਕਰਕੇ ਕਹਿਣ ਲੱਗੇ ਕਿਰਪਨ ਸਮ ਕੀਨੋ, ਬਹੁਤ ਕੁਝ ਇਕੱਠਾ ਕਰ ਲਿਆ। ਇਕੱਤਰ ਕਰੀ ਹੈ ਮਾਇਆ, ਤੇ ਮਾਇਆ ਇਕੱਠੀ ਕਰਕੇ ਕਹਿਣ ਲੱਗੇ ਸੂਮ ਬਣ ਗਿਆ ਬਹੁਤ ਜ਼ਿਆਦਾ। ਕਿਤੇ 1 ਰੁਪਈਆ ਵੀ ਕਿਸੇ ਨੂੰ ਕੱਢ ਕਰਕੇ ਦੇਣ ਵਾਸਤੇ ਤਿਆਰ ਨਹੀਂ, ਸਾਰਾ ਕੁਝ ਐਨ ਸਾਂਭ ਕਰਕੇ ਰੱਖੀ ਜਾਂਦਾ ਹੈ। ਪਰ ਇਹਦੇ ਵਿੱਚੋਂ ਜੇ ਤੂੰ ਖਿਆਲ ਮਾਰ ਕਰਕੇ ਦੇਖੇ, ਹੁਣ ਬੁੱਝਣ ਵਾਲੀ ਗੱਲ ਕਿਹੜੀ ਹੈ, ਜੋ ਕੁਝ ਬੰਨ ਕਰਕੇ ਰੱਖ ਲਿਆ, ਕਹਿਣ ਲੱਗੇ ਇਹ ਤਾਂ ਸਾਰਾ ਕੁਝ ਨਾਲ ਨਹੀਂ ਸੀ ਵਰਤਣਾ। ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤ ਹੀ ਕਾਜ ਨਾ ਆਇਆ। ਜੇ ਇਹ ਕਮਾਇਆ ਹੋਇਆ ਧਨ ਜਿਹੜਾ ਹੈ ਨਾ ਦਾਨ ਕੀਤਾ, ਨਾ ਪੁੰਨ ਕੀਤਾ, ਨਹੀਂ ਸੰਤਨ ਸੇਵਾ, ਨਾ ਕਿਸੇ ਸਾਧੂ ਸੰਤ ਦੀ ਜਾਂ ਸਾਧ ਸੰਗਤ ਦੀ ਸੇਵਾ ਕੀਤੀ, ਕਿਤੇ ਹੀ ਕਾਜ ਨਾ ਆਇਆ। ਕਹਿ ਲੱਗੇ ਫਿਰ ਕਿਸੇ ਕੰਮ ਵੀ ਨਹੀਂ ਆਉਂਦਾ। ਜਿੱਦਾਂ ਇਕੱਠਾ ਕੀਤਾ ਹੁੰਦਾ, ਉਹ ਕਹਿੰਦੇ ਜਿਸ ਤਰ੍ਹਾਂ ਸੂਮ ਦੀ ਕਮਾਈ ਹੁੰਦੀ ਹੈ, ਜਿਸ ਤਰ੍ਹਾਂ ਇਕੱਠੀ ਕੀਤੀ ਉੱਦਾਂ ਹੀ ਸਾਰਾ ਕੁਝ ਪਿਆ ਰਹਿ ਜਾਂਦਾ, ਕਿਸੇ ਦੇ ਕੰਮ ਵੀ ਨਹੀਂ ਆਉਂਦਾ, ਨਾ ਆਪ ਹੀ ਵਰਤ ਸਕਿਆ ਨਾ ਦੂਜਿਆਂ ਦੇ ਕੰਮ ਹੀ ਆਇਆ। ਸਾਰੀ ਉਮਰ ਇੱਦਾਂ ਕਰਦਿਆਂ ਨਿਕਲ ਗਈ। ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪਾਂ ਨੂੰ ਬੜੇ ਪ੍ਰੇਮ ਦੇ ਨਾਲ ਸਮਝਾਉਂਦੇ ਨੇ। ਪ੍ਰਾਣੀ ਨਾਰਾਇਣ ਸੁਧ ਲੇਹੇ, ਰਾਮਕਲੀ ਰਾਗ ਦੇ ਅੰਦਰ ਕਹਿੰਦੇ ਆ ਜੀਵ ਇੱਦਾਂ ਕਰ, ਪਰਮੇਸ਼ਰ ਦੇ ਨਾਮ ਦੀ ਖਬਰ ਰੱਖਿਆ ਕਰ ਜਿੰਨੀ ਵੀ ਵੱਧ ਤੋਂ ਵੱਧ ਹੋ ਸਕੇ। ਪ੍ਰਾਣੀ ਨਾਰਾਇਣ ਸੁਧ ਲੇਹੇ, ਸਤਿਗੁਰਾਂ ਦੇ ਚਰਨਾਂ ਵਿੱਚ ਪੈ ਕਰਕੇ ਤੇ ਗੁਰੂ ਦੇ ਪਾਸੋਂ ਮਤ ਧਾਰਨ ਕਰਿਆ ਕਰ। ਕਿਉਂਕਿ ਛਿਨ ਛਿਨ ਔਧ ਘਟੈ ਨਿਸ ਬਾਸਰ, ਬਿਰਥਾ ਜਾਤ ਹੈ ਦੇਹ। ਇਸ ਘੜੇ ਰੂਪੀ ਸਰੀਰ ਦੇ ਵਿੱਚੋਂ ਛਿਨ ਛਿਨ ਕਰਕੇ ਸਵਾਸ ਰੂਪੀ ਔਧ ਜਿਹੜਾ ਪਾਣੀ ਮੁੱਕਦਾ ਜਾ ਰਿਹਾ ਹੈ, ਬਿਰਥਾ ਜਾਤ ਹੈ ਦੇਹ। ਤੇ ਜੇ ਇਹ ਕਿਸੇ ਕੰਮ ਨਾਲ ਨਾ ਸਵਾਸ ਆ ਸਕੇ ਤੇ ਸਾਰਾ ਕੁਝ ਤੇਰਾ ਬਿਰਥਾ ਹੀ ਚਲਿਆ ਜਾਵੇਗਾ। ਉਤੇ ਸਤਿਗੁਰੂ ਕਹਿੰਦੇ ਤਰਨਾਪੋ ਵਿਖਿਆਨ ਸੋ ਖੋਇਓ, ਬਾਲਪਨ ਅਗਿਆਨਾ।
ਜਿਹੜਾ ਬਾਲਪਨ ਸੀ ਉਹ ਤੇ ਅਗਿਆਨਤਾ ਦੇ ਵਿੱਚ ਨਿਕਲ ਗਿਆ ਕਿ ਚਲੋ ਆਪਾਂ ਕਹਿ ਦਿੱਤੀ ਕਿ ਬੱਚੇ ਨੂੰ ਸਮਝ ਕੋਈ ਨਹੀਂ ਹੈ। ਤਰਨਾਪੋ ਵਿਖਿਆਨ ਸਿਉ ਖੋਇਓ, ਤੇ ਜਦੋਂ ਜਵਾਨੀ ਆ ਗਈ ਕਹਿਣ ਲੱਗੇ ਉਹ ਵਿਸ਼ਿਆਂ ਵਿਕਾਰਾਂ ਦੇ ਵਿੱਚ ਸਾਰੀ ਗ੍ਰਸਤ ਹੋ ਗਈ। ਬਾਲਪਣ ਵੀ ਨਿਕਲ ਗਿਆ, ਜਵਾਨੀ ਵੀ ਨਿਕਲ ਗਈ। ਕਹਿੰਦੇ ਬਿਰਧ ਭਇਓ ਅਜਹੂ ਨਹੀਂ ਸਮਝੈ, ਕੌਣ ਕੁਮਤ ਉਰਜਾਨਾ। ਬਿਰਧ ਅਵਸਥਾ ਦੇ ਵਿੱਚ ਚਲੇ ਗਏ ਹਾਂ, ਪਰ ਅਜੇ ਤੱਕ ਵੀ ਇਹ ਮਨ ਸਮਝਦਾ ਨਹੀਂ ਹੈ। ਇਹਨੇ ਪਤਾ ਨਹੀਂ ਕੌਣ ਕੁਮਤ ਉਰਜਾਨਾ, ਕਿਸ ਦੀ ਮੱਤ ਲੈ ਲਈ ਹੈ, ਕਿਸ ਮੱਤ ਦੇ ਮਗਰ ਲੱਗ ਕਰਕੇ ਇਹਨੇ ਪਰਮੇਸ਼ਰ ਦੇ ਨਾਮ ਨੂੰ ਭੁਲਾਇਆ ਹੋਇਆ ਹੈ। ਲਾਲਚ ਵਿੱਚ ਫਸ ਕਰਕੇ ਪਾਪ ਕਰੀ ਜਾਂਦਾ ਹੈ। ਉਮਰ ਜਿਹੜੀ ਹੈ ਉਹ ਨਿਕਲਦੀ ਜਾਂਦੀ ਹੈ। ਮਾਨਸ ਜਨਮ ਦਿਓ ਜੇ ਠਾਕੁਰ, ਸੋ ਤੈ ਕਿਉਂ ਵਿਸਾਰਿਓ। ਜਿਸ ਪਰਮੇਸ਼ਰ ਨੇ ਆ ਜਨਮ ਦੇ ਕਰਕੇ ਭੇਜਿਆ ਇਸ ਧਰਤੀ ਦੇ ਉੱਪਰ, ਉਹਨੂੰ ਕਦੇ ਵੀ ਯਾਦ ਨਹੀਂ ਕੀਤਾ, ਉਹਦੇ ਨਾਲ ਕਦੇ ਵੀ ਚਿੱਤ ਨਹੀਂ ਜੋੜਿਆ ਕਿ ਸਤਿਗੁਰੂ ਤੁਸੀਂ ਏਡਾ ਵੱਡਾ ਪਰਉਪਕਾਰ ਕੀਤਾ ਮੇਰੇ ਉੱਪਰ, ਮੈਨੂੰ ਜਨਮ ਦੇ ਦਿੱਤਾ ਹੈ, ਮੈਨੂੰ ਇੱਕ ਵਾਰੀ ਦੇ ਦਿੱਤੀ ਹੈ ਕਿ ਲੈ ਸੱਜਣਾ ਤੂੰ ਇਸ ਵਾਰੀ ਨੂੰ ਪ੍ਰਾਪਤ ਕਰਕੇ ਤੇ ਆਪਣੇ ਆਪ ਨੂੰ ਮੁਕਤ ਕਰ ਲੈ, ਸਫਲਿਆ ਕਰ ਲੈ। ਸਤਿਗੁਰੂ ਤੁਹਾਡਾ ਦਿੱਤਾ ਹੋਇਆ ਇਹ ਸਮਾਂ ਵੀ ਸਾਡੇ ਕੋਲੋਂ ਜਿਹੜਾ ਉਹ ਸਾਂਭਿਆ ਨਹੀਂ ਜਾ ਰਿਹਾ। ਮੁਕਤ ਹੋਤ ਨਰ ਜਾ ਕੇ ਸਿਮਰੈ, ਨਿਮਖ ਨ ਤਾਕੋ ਗਾਇਓ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਅਸੀਂ ਤਾਂ ਇੱਕ ਨਿਮਖ ਵੀ ਕਦੇ ਪਰਮੇਸ਼ਰ ਦੇ ਨਾਮ ਨੂੰ ਗਾਇਆ ਹੀ ਨਹੀਂ ਹੈ ਕਿ ਜਿਹਨੂੰ ਗਾਉਣ ਦੇ ਨਾਲ ਅਸੀਂ ਮੁਕਤ ਹੋ ਸਕੀਏ ਸੰਸਾਰ ਦੇ ਵਿੱਚੋਂ, ਜਿਹਨੂੰ ਜਪਣ ਦੇ ਨਾਲ ਸਾਡੇ ਉੱਪਰ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਰਹਿਮਤ ਵਰਤ ਸਕੇ। ਮਾਇਆ ਕੋ ਮਦ ਕਹਾਂ ਕਰਤ ਹੈ, ਸੰਗ ਨ ਕਾਹੂ ਜਾਈ। ਨਾਨਕ ਕਹਿਤ ਚੇਤ ਚਿੰਤਾ, ਮਨ ਹੋਏ ਹੈ ਅੰਤ ਸਹਾਈ। ਜਿਹੜੇ ਲਾਲਚਾਂ ਵਿੱਚ ਪੈ ਕਰਕੇ ਪਾਪ ਕਰਕੇ ਤੂੰ ਆਪਣਾ ਜੀਵਨ ਖਰਾਬ ਕਰੀ ਜਾ ਰਿਹਾ ਨਾ, ਇਹ ਸਾਰਾ ਕੁਝ ਤੇਰੇ ਨਾਲ ਨਿਭਣ ਵਾਲਾ ਨਹੀਂ, ਇਹ ਤਾਂ ਮੱਕੜੀ ਵਾਲਾ ਜਾਲ ਹੈ ਜਿਹੜਾ ਤੈਨੂੰ ਆਪਣੇ ਵਿੱਚ ਫਸਾਈ ਜਾਂਦਾ ਹੈ। ਕੇਵਲ ਤੇ ਕੇਵਲ ਨਾਮ ਜਪ ਕਰਕੇ ਹੀ ਤੇਰਾ ਇੱਥੋਂ ਖਹਿੜਾ ਛੁੱਟਣਾ ਹੈ। ਪਰ ਭਗਤ ਜੀ ਕਹਿੰਦੇ ਨਹੀਂ, ਅਸੀਂ ਉਸ ਕੰਮ ਵਾਲੇ ਬੰਨੇ ਕਦੇ ਧਿਆਨ ਨਹੀਂ ਦਿੱਤਾ, ਕੇਵਲ ਤੇ ਕੇਵਲ ਲਾਲਚ ਤੇ ਪਾਪ ਦੇ ਵਿੱਚ ਹੀ ਪੈ ਰਹੇ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਲਾਲਚ ਝੂਠ ਵਿਕਾਰ ਮੂਹ ਵਿਆਪਤ ਮੂੜੇ ਅੰਧ। ਜਿਹੜੇ ਮਨੁੱਖ ਮਾਇਆ ਦੇ ਬੰਧਨ ਵਿੱਚ ਫਸ ਜਾਂਦੇ ਨੇ, ਇੱਕ ਨਹੀਂ ਸਤਿਗੁਰਾਂ ਨੇ ਅਨੇਕਾਂ ਸ਼ਬਦ ਵਰਤੇ ਨੇ ਗੁਰਬਾਣੀ ਦੇ ਅੰਦਰ, ਕੇਵਲ ਤੇ ਕੇਵਲ ਸਾਨੂੰ ਸਮਝਾਉਣ ਦੇ ਵਾਸਤੇ ਕਿ ਕਿਤੇ ਨਾ ਕਿਤੇ ਸੋਝੀ ਪ੍ਰਾਪਤ ਹੋ ਜਾਵੇ, ਕਿਤੇ ਨਾ ਕਿਤੇ ਕੋਈ ਨਾ ਕੋਈ ਸ਼ਬਦ ਜਿਹੜਾ ਹੈ ਉਹ ਅੰਦਰ ਘਰ ਕਰ ਜਾਵੇ। ਲਾਲਚ ਝੂਠ ਵਿਕਾਰ ਮੋਹ ਵਿਆਪਤ ਮੂੜੇ ਅੰਧ, ਲਾਗ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਧ। ਜਿਹੜੇ ਪਰਮੇਸ਼ਰ ਦੇ ਨਾਮ ਨੂੰ ਛੱਡ ਕਰਕੇ ਲਾਲਚ ਝੂਠ ਵਿਕਾਰ ਮੋਹ ਇਸ ਜਾਲ ਵਿੱਚ ਫਸ ਜਾਂਦੇ ਨੇ ਨਾ, ਉਹ ਗਿਆਨ ਤੋਂ ਹੀਣੇ ਮਨੁੱਖਾਂ ਉੱਪਰ ਲਾਲਚ ਝੂਠ ਵਿਕਾਰ ਮੋਹ ਆਦਿਕ ਜਿਹੜਾ ਆਪਣਾ ਜ਼ੋਰ ਪਾ ਲੈਂਦਾ ਹੈ, ਉਹ ਸਦਾ ਹੀ ਮੰਦੇ ਕੰਮਾਂ ਵਿੱਚ ਲੱਗੇ ਰਹਿੰਦੇ ਨੇ, ਉਹਨਾਂ ਦੇ ਕੋਲੋਂ ਨਿਕਲਿਆ ਹੀ ਨਹੀਂ ਜਾਂਦਾ, ਚਾਹੇ ਨਿਕਲੇ ਵੀ ਰਹਿਣ। ਲੱਲਾ ਲਪਟ ਵਿਖੈ ਰਸ ਮਾਤੇ, ਜਿਹੜੇ ਮਨੁੱਖ ਮਾਇਆ ਦੇ ਨਸ਼ੇ ਵਿੱਚ ਮਸਤ ਹੋ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਫਿਰ ਚੇਤਾ ਭੁੱਲ ਜਾਂਦਾ ਹੈ ਆਪਣੇ ਪਰਾਏ ਦਾ। ਜਿਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਕੋਈ ਵੀ ਨਸ਼ਾ ਕਰਕੇ ਬੰਦਾ ਆਪਣੇ ਪਰਾਏ ਦੀ ਪਛਾਣ ਭੁੱਲ ਜਾਂਦਾ, ਇਸੇ ਤਰ੍ਹਾਂ ਹੀ ਮਾਇਆ ਦਾ ਵੀ ਇਹੋ ਜਿਹਾ ਨਸ਼ਾ ਹੈ, ਜਿਹਨੂੰ ਚੜ੍ਹ ਜਾਵੇ ਉਹ ਫਿਰ ਆਪਣੇ ਪਰਾਏ ਨੂੰ ਭੁੱਲ ਕਰਕੇ ਆਪਣੀ ਮਸਤੀ ਵਿੱਚ ਹੋ ਜਾਂਦਾ ਹੈ। ਅੰਬੁੱਧ ਮਾਇਆ ਮਦਮਾਤੇ, ਕਿਉਂਕਿ ਉਹਨਾਂ ਦੀ ਬੁੱਧੀ ਜਿਹੜੀ ਹੈ ਨਾ ਉਹਦੇ ਉੱਪਰ ਹਉਮੈ ਦਾ ਪਰਦਾ ਪੈ ਜਾਂਦਾ ਹੈ, ਉਹਨਾਂ ਦੇ ਅੰਦਰ ਗਿਆਨ ਤੇ ਖਤਮ ਹੋ ਜਾਂਦਾ ਹੈ। ਇਹ ਮਾਇਆ ਮੈਂ ਜਨਮੀ ਮਰਨਾ, ਫਿਰ ਉਹ ਹੁੰਦਾ ਕੀ ਹੈ ਕਿ ਮਨੁੱਖ ਉਹਦੇ ਵਿੱਚ ਪੈ ਕਰਕੇ ਫਿਰ ਵਾਰ-ਵਾਰ ਜੰਮਣ ਤੇ ਮਰਨ ਦੇ ਚੱਕਰ ਦੇ ਵਿੱਚ ਪੈ ਜਾਂਦਾ ਹੈ। ਉਹਦੇ ਕੋਲੋਂ ਫਿਰ ਉਸ ਜਾਲ ਦੇ ਵਿੱਚੋਂ ਬਾਹਰ ਨਹੀਂ ਨਿਕਲਿਆ ਜਾਂਦਾ, ਇੰਨਾ ਜ਼ਿਆਦਾ ਉਹ ਪਾਪ ਕਮਾਈ ਜਾਂਦਾ ਹੈ। ਪਰ ਜਿੱਥੇ ਆਪਾਂ ਪਾਪ ਕਮਾਉਂਦੇ ਉੱਥੇ ਆਪਾਂ ਨੂੰ ਸਤਿਗੁਰਾਂ ਨੇ ਸੁਚੇਤ ਕੀਤਾ ਹੈ, ਅੰਨ ਕਾਏ ਰਾਤੜਿਆਂ ਵਾਟ ਦੁਹੇਲੀ ਰਾਮ। ਕੁਝ ਤੁਛ ਪਦਾਰਥਾਂ ਦੇ ਮੋਹ ਦੇ ਵਿੱਚ ਫਸਿਆ ਹੋਇਆ ਮਨੁੱਖ ਜੀਵਨ ਦਾ ਪੰਧ ਸਾਰਾ ਜਿਹੜਾ ਆਪਣੇ ਦੁੱਖ ਦੇ ਨਾਲ ਭਰ ਲੈਂਦਾ। ਕਈ ਵਾਰੀ ਆਪਾਂ ਦੇਖਦੇ ਹਾਂ ਸਾਡੇ ਜੀਵਨ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਫਸ ਜਾਂਦੀ ਹੈ ਕਿ ਆਪਾਂ ਥੋੜ੍ਹੇ ਜਿਹੇ ਲਾਲਚ ਦੇ ਬਦਲੇ ਕਿਸੇ ਭਾਰੀ ਦੁੱਖ ਦੇ ਵਿੱਚ ਫਸ ਜਾਂਦੇ ਹਾਂ।
ਫਿਰ ਬੰਦਾ ਸੋਚਦਾ ਹੈ ਕਿ ਸ਼ਾਇਦ ਮੈਂ ਕੰਮ ਨਾ ਕਰਦਾ ਤੇ ਮੈਨੂੰ ਐਡਾ ਵੱਡਾ ਦੁੱਖ ਨਾ ਝੱਲਣਾ ਪੈਂਦਾ। ਪਰ ਲਾਲਚ ਇੱਕ ਇਹੋ ਜਿਹੀ ਬੁਰੀ ਬਲਾ ਹੈ ਕਿ ਜਦੋਂ ਬੰਦੇ ਦੇ ਉੱਪਰ ਹਾਵੀ ਹੋ ਜਾਂਦੀ, ਜਦੋਂ ਘਰ ਕਰ ਜਾਂਦੀ, ਫਿਰ ਨਹੀਂ ਬੰਦਾ ਸੋਚਦਾ ਕੁਝ ਵੀ। ਫਿਰ ਉਦੋਂ ਸੋਚਦਾ ਜਦੋਂ ਇਹ ਲਾਲਚ ਇਹਨੂੰ ਫਸਾ ਕਰਕੇ ਰੱਖ ਦਿੰਦਾ। ਜਦੋਂ ਭਾਰੀ ਦੁੱਖ ਦੇ ਵਿੱਚ ਫਿਰ ਚਲਿਆ ਜਾਂਦਾ ਹੈ ਨਾ, ਫਿਰ ਬੈਠ ਕਰਕੇ ਸੋਚਦਾ ਹੈ ਕਿ ਤੇ ਮੈਨੂੰ ਮੇਰੇ ਲਾਲਚ ਨਹੀਂ ਮਾਰਿਆ। ਜੇ ਮੈਂ ਨਾ ਇਸ ਲਾਲਚ ਦੇ ਵਿੱਚ ਪੈਂਦਾ ਤੇ ਹੋ ਸਕਦਾ ਸੀ ਮੈਨੂੰ ਇਹ ਦੁੱਖ ਨਾ ਝੱਲਣਾ ਪੈਂਦਾ। ਪਰ ਸਤਿਗੁਰੂ ਤਾਂ ਸਾਨੂੰ ਇਹਨਾਂ ਲਾਲਚਾਂ ਵਿੱਚ, ਮੋਹ ਵਿੱਚ, ਵਿਸ਼ਿਆਂ ਵਿਕਾਰਾਂ ਵਿੱਚ ਪੈਣ ਤੋਂ ਪਹਿਲਾਂ ਸੁਚੇਤ ਕਰਦੇ ਨੇ। ਅੰਨ ਕਾਏ ਰਾਤੜਿਆਂ ਵਾਟ ਦੁਹੇਲੀ ਰਾਮ। ਤੁਛ ਪਦਾਰਥਾਂ ਦੇ ਮੋਹ ਵਿੱਚ ਪੈ ਕਰਕੇ ਭਾਈ ਆਪਣੇ ਜੀਵਨ ਨੂੰ ਗੰਧਲਾ ਨਾ ਕਰ। ਇਹ ਗੱਲ ਯਾਦ ਰੱਖ ਕੇ ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ। ਇਹ ਜਿਹੜੇ ਤੂੰ ਪਾਪ ਕਮਾ ਰਿਹਾ ਨਾ, ਇਹ ਕਮਾਉਂਦਿਆਂ ਤੇਰਾ ਸਾਥੀ ਕਿਸੇ ਨੇ ਨਹੀਂ ਬਣਨਾ, ਕਿਸੇ ਨੇ ਵੀ ਤੇਰਾ ਸਾਥ ਨਹੀਂ ਦੇਣਾ। ਹਾਂ, ਪਾਪ ਦੀ ਕਮਾਈ ਕਰ ਕਰਕੇ ਤੂੰ ਇਕੱਠੀ ਕਰੀ ਚੱਲੇਗਾ, ਤੇਰੇ ਸਾਥੀ ਤਾਂ ਬਹੁਤ ਬਣਨਗੇ ਸੰਸਾਰ ਦੇ ਵਿੱਚ, ਤੇਰੇ ਚਾਰ ਸੁੱਖ ਦੇਖ ਕਰਕੇ। ਪਰ ਜਿੱਦਣ ਸਾਰਾ ਕੁਝ ਨਿਕਲ ਗਿਆ ਉਦਣ ਸਾਰਿਆਂ ਸਾਥ ਛੱਡਣਾ ਹੈ। ਪਰ ਜਿਹਦਾ ਤੂੰ ਪਾਪ ਕਮਾ ਰਿਹਾ ਇਹਦੀ ਸਜ਼ਾ ਵੀ ਤੈਨੂੰ ਦੇਣੀ ਪੈਣੀ ਹੈ। ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵੇ। ਤੇਰਾ ਬੇਲੀ ਕਿਸੇ ਨੇ ਨਹੀਂ ਬਣਨਾ ਪਾਪ ਕਮਾਉਂਦੇ ਹੋਏ ਦਾ। ਫਿਰ ਹੋਣਾ ਕੀ ਹੈ, ਤੈਨੂੰ ਸਦਾ ਹੀ ਪਛੋਤਾਉਣਾ ਪੈਣਾ। ਤੈਨੂੰ ਸਦਾ ਵਾਸਤੇ ਇੱਥੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਵੀ ਅਤੇ ਸੰਸਾਰ ਤੋਂ ਫਿਰ ਅੱਗੇ ਜਾ ਕਰਕੇ ਵੀ ਤੈਨੂੰ ਇਹ ਸਾਰਾ ਕੁਝ ਜਿਹੜਾ ਹੈ ਚੱਲਣਾ ਪੈਣਾ ਹੈ। ਇਸ ਕਰਕੇ ਸਾਨੂੰ ਅੱਜ ਭਗਤ ਕਬੀਰ ਜੀ ਇਹ ਗੱਲ ਸਮਝਾ ਰਹੇ ਨੇ ਕਿ ਭਾਈ ਜਿੰਨਾ ਲਾਲਚ ਆਪਾਂ ਦੂਜੀਆਂ ਚੀਜ਼ਾਂ ਨਾਲ ਕਰਦੇ ਆ, ਜਿੰਨਾ ਪਾਪ ਦੇ ਨਾਲ ਆਪਣਾ ਚਿੱਤ ਜੋੜਦੇ ਆ, ਇਹਦੇ ਤੋਂ ਵੱਧ ਕਰਕੇ ਆਪਾਂ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਨਾ ਕਰੀਏ। ਚਰਨ ਕਮਲ ਜਾ ਕਾ ਮਨ ਰਾਪੈ, ਸੋ ਗਗਨ ਤਿਸ ਜਨ ਨਾ ਵਿਆਪੈ। ਇੱਕ ਬੰਨੇ ਜਿਹੜਾ ਪਰਮੇਸ਼ਰ ਨੂੰ ਭੁੱਲ ਕਰਕੇ ਲਾਲਚ ਤੇ ਮੋਹ ਦੇ ਵਿੱਚ ਫਸ ਰਿਹਾ ਹੈ, ਉਹ ਨਿਕਲ ਨਹੀਂ ਸਕਦਾ, ਉਹਦਾ ਜੀਵਨ ਸਾਰਾ ਖਰਾਬ ਹੈ। ਜਿਹਨੂੰ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਇਹ ਸਮਝਾਉਂਦੇ ਨੇ, ਭਾਈ ਚਰਨ ਕਮਲ ਜਾ ਕਾ ਮਨ ਰਾਪੈ। ਇੱਦਾਂ ਹੀ ਲਾਲਚ ਗੁਰੂ ਸਾਹਿਬ ਜੀ ਦੇ ਨਾਮ ਰੂਪੀ ਚਰਨਾਂ ਦੇ ਨਾਲ ਕਰਿਆ ਕਰ। ਇੱਦਾਂ ਹੀ ਲਾਲਚ ਜਿਹੜਾ ਹੈ ਉਹ ਗੁਰੂ ਸਾਹਿਬ ਜੀ ਦੇ ਸੇਵਾ ਦੇ ਨਾਲ ਕਰਿਆ ਕਰ। ਇੱਧਰ ਨੂੰ ਮਨ ਰੰਗਿਆ ਗਿਆ ਤੇ ਸੋ ਗਗਨ ਤਿਸ ਜਨ ਨਾ ਵਿਆਪੈ। ਫਿਰ ਤੇਰੇ ਉੱਪਰ ਕੋਈ ਚਿੰਤਾ ਰੂਪੀ ਅੱਗ, ਕਿਸੇ ਮੋਹ ਦਾ, ਕਿਸੇ ਦਾ ਅਸਰ ਨਹੀਂ ਹੋਣਾ। ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ। ਸੰਗਤ ਵਿੱਚ ਬੈਠ ਕਰਕੇ ਪਰਮੇਸ਼ਰ ਦਾ ਨਾਮ ਜਪਣਾ, ਸਾਧੂਆਂ ਦੀ ਸੰਗਤ ਕਰਨੀ, ਹਰ ਟਾਈਮ ਦੇ ਉੱਪਰ ਸੇਵਾ ਦੇ ਵਾਸਤੇ ਤਤਪਰ ਰਹਿਣਾ, ਇਹੋ ਜਿਹਾ ਆਪਣਾ ਜੀਵਨ ਬਣਾ ਲੈਣਾ। ਇੱਦਾਂ ਜੁੜਨ ਦੇ ਨਾਲ ਤਰ ਜਾਵਾਂਗੇ ਆਪਾਂ ਸੰਸਾਰ ਦੇ ਵਿੱਚੋਂ, ਕਿਉਂਕਿ ਨਿਰਭਉ ਨਾਮ ਜਪੋ ਹਰ ਰੰਗੇ। ਪ੍ਰੇਮ ਦੇ ਨਾਲ ਨਿਰਭਉ ਪਰਮੇਸ਼ਰ ਦਾ ਨਾਮ ਜਪਿਆ ਜਾਵੇ ਤਾਂ ਜਿਹੜਾ ਜਿਹੜਾ ਸਵਾਸ ਆਪਾਂ ਨਾਮ ਜਪਦੇ ਉਹ ਸਾਡਾ ਲੇਖੇ ਵਿੱਚ ਪੈਂਦਾ ਜਾਂਦਾ ਹੈ। ਜਿਹੜਾ ਜਿਹੜਾ ਸਵਾਸ ਸਾਡਾ ਸੇਵਾ ਵਿੱਚ ਬਤੀਤ ਹੋ ਗਿਆ ਉਹ ਲੇਖੇ ਦੇ ਵਿੱਚ ਪੈ ਗਿਆ। ਸਾਡਾ ਭਾਵ ਕਿ ਆਇਆ ਸਫਲਾ ਹੁੰਦਾ ਜਾ ਰਿਹਾ ਇਸ ਸੰਸਾਰ ਦੇ ਅੰਦਰ। ਪਰ ਜੇ ਟੁੱਟ ਜਾਈਏ ਸਤਿਗੁਰੂ ਫਿਰ ਕਹਿਣ ਲੱਗੇ, ਪਾਰ ਧਨ ਦੋਖ ਕਿਛ ਪਾਪ ਨਾ ਫੇੜੇ। ਸਿਮਰਨ ਦਾ ਸਦਕਾ ਪਰਾਏ ਤਨ ਪਰਾਏ ਧਨ, ਮੰਦੇ ਕਰਮ ਤੇ ਐਬ ਤੋਂ ਬੰਦਾ ਜਿਹੜਾ ਉਹ ਬਾਹਰ ਨਿਕਲ ਜਾਂਦਾ ਹੈ। ਜਦੋਂ ਇਹਨਾਂ ਚੀਜ਼ਾਂ ਤੋਂ ਪਿੱਛੇ ਹਟ ਗਿਆ, ਜਮ ਜੰਦਾਰ ਨਾ ਆਵੇ ਨੇੜੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਤਾਂ ਜਿਹੜੇ ਜਮ ਨੇ ਨਾ ਉਹ ਤੇਰੇ ਨੇੜੇ ਵੀ ਨਹੀਂ ਟੁੱਕ ਸਕਦੇ ਆਣ ਕਰਕੇ, ਤੈਨੂੰ ਉਹਨਾਂ ਦੀ ਮਾਰ ਸਹਿਣੀ ਤੇ ਬੜੀ ਦੂਰ ਦੀ ਗੱਲ ਹੈ। ਪਰ ਉਹਦੇ ਵਾਸਤੇ ਤੈਨੂੰ ਜੀਵਨ ਦੀ ਘਾਲਣਾ ਘਾਲਣੀ ਪਵੇਗੀ। ਉਹਦੇ ਵਾਸਤੇ ਤੈਨੂੰ ਆਪਣਾ ਜੀਵਨ ਸਵਾਰਨਾ ਪੈਣਾ, ਸ਼ੁਭ ਗੁਣ ਧਾਰਨ ਕਰਨੇ ਪੈਣੇ ਨੇ। ਪਰ ਜੇ ਭਗਤ ਜੀ ਕਹਿੰਦੇ ਨੇ ਕਬੀਰ ਰਾਮ ਨਾ ਚੇਤਿਓ, ਜੇ ਨਾਮ ਨਾ ਜਪਿਆ ਫਿਰਿਆ ਲਾਲਚ ਮਾਏ। ਲਾਲਚ 'ਚ ਹੀ ਤੁਰਿਆ ਪਿਆ, ਰਾਤ ਦਿਨ ਰੈਣ ਗਵਾਈ, ਸੋਏ ਕਹਿ ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਰਾਤ ਤੇ ਦਿਨ ਇਸੇ ਤਰ੍ਹਾਂ ਹੀ ਨਿਕਲਦਾ ਗਿਆ, ਪਾਪ ਕਰੀ ਗਿਆ, ਕਿਉਂਕਿ ਹੁਣ ਤੇ ਇਹ ਚੀਜ਼ਾਂ ਬੜੀਆਂ ਚੰਗੀਆਂ ਲੱਗਦੀਆਂ ਨੇ, ਇਹਨਾਂ ਦੇ ਵਿੱਚੋਂ ਰਸ ਪ੍ਰਾਪਤ ਹੁੰਦਾ ਹੈ। ਸਤਿਗੁਰੂ ਕਹਿੰਦੇ ਹੈ ਤਾਂ ਜ਼ਹਿਰ ਰੂਪੀ, ਪਰ ਇਹਨਾਂ ਵਿੱਚੋਂ ਸਾਨੂੰ ਮਿੱਠਾ ਰਸ ਪ੍ਰਾਪਤ ਹੋ ਰਿਹਾ। ਜਿਸ ਤਰ੍ਹਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਬਚਨ ਆਪਾਂ ਪੜ੍ਹਦੇ ਤਾਂ ਸਤਿਗੁਰੂ ਕਹਿੰਦੇ, ਪਾਪ ਬੁਰਾ ਪਾਪੀ ਕੋ ਪਿਆਰਾ।
ਕਹਿਣ ਲੱਗੇ ਪਾਪ ਹੈ ਤਾਂ ਬੜਾ ਮਾੜਾ ਕਰਮ ਹੈ, ਬਹੁਤ ਵੱਡੀ ਸਜ਼ਾ ਭੁਗਤਣੀ ਪੈਂਦੀ ਹੈ ਇਹਦੀ, ਪਰ ਸਤਿਗੁਰੂ ਸਾਡਾ ਇਹਦੇ ਤੋਂ ਖਹਿੜਾ ਨਹੀਂ ਛੁੱਟਦਾ। ਕਹਿਣ ਲੱਗੇ ਛੁੱਟਦਾ ਤਾਂ ਨਹੀਂ, ਕਿਉਂਕਿ ਪਾਪ ਬੁਰਾ ਪਾਪੀ ਕੋ ਪਿਆਰਾ। ਜਦੋਂ ਬੰਦਾ ਪਾਪ ਕਰਨ ਲੱਗ ਪੈਂਦਾ ਹੈ ਨਾ, ਉਹਦੇ ਨਾਲ ਪਿਆਰ ਜੁੜ ਜਾਂਦਾ ਹੈ, ਬੜਾ ਕੁਝ ਪ੍ਰਾਪਤ ਹੋਣ ਲੱਗ ਪੈਂਦਾ ਇਹਦੇ ਵਿੱਚੋਂ। ਪਰ ਪ੍ਰਾਪਤ ਕੀ ਹੁੰਦਾ ਹੈ? ਉਹ 4 ਦਿਨ ਦੇ ਸੁੱਖ ਪਦਾਰਥ ਜਿਹੜੇ ਕੇਵਲ ਤੇ ਕੇਵਲ 4 ਦਿਨਾਂ ਦਾ ਸੁੱਖ ਦੇ ਸਕਦੇ ਨੇ ਤੈਨੂੰ, ਪਰ ਆਪਾਂ ਸਦੀਵ ਕਾਲ ਦੇ ਸੁੱਖ ਪ੍ਰਾਪਤ ਕਰਨ ਆਏ ਸੰਸਾਰ ਦੇ ਅੰਦਰ। ਅਸੀਂ ਤਾਂ ਪਹਿਲਾਂ ਹੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗ ਜ਼ਮੀਨ ਕੁਰੰਗਾ। ਪਤਾ ਨਹੀਂ ਕਿੰਨਿਆਂ ਕੁ ਦੁੱਖਾਂ ਨੂੰ ਭੋਗਦੇ ਹੋਏ, ਕਿੰਨੀਆਂ ਕੁ ਜੂਨਾਂ ਵਿੱਚੋਂ ਭੜਕਦੇ ਹੋਏ ਇੱਥੋਂ ਤੱਕ ਪੁੱਜੇ ਆਣ ਕਰਕੇ। ਤਾਂ ਇੱਥੇ ਬੜੀ ਕਿਰਪਾ ਕੀਤੀ ਸਾਡੇ ਉੱਪਰ ਪਰਮੇਸ਼ਰ ਨੇ, ਸਾਡੀ ਪੁਕਾਰ ਸੁਣ ਲਈ। ਸਾਨੂੰ 9 ਮਹੀਨੇ ਮਾਂ ਦੀ ਗਰਭ ਦੇ ਵਿੱਚ, ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਰਾਖਣ ਹਾਰੇ, ਸਾਨੂੰ ਹੱਥ ਦੇ ਕਰਕੇ ਰੱਖਿਆ। ਫਿਰ ਸਤਿਗੁਰਾਂ ਨੇ ਸਾਨੂੰ ਜਨਮ ਦੇ ਦਿੱਤਾ, ਕਿੱਡੀ ਵੱਡੀ ਸਾਨੂੰ ਗਿਆਨ ਇੰਦਰੇ ਦੇ ਦਿੱਤੇ, ਸੋਝੀ ਦੇ ਦਿੱਤੀ, ਹਰ ਇੱਕ ਚੀਜ਼ ਸਾਡੀ ਝੋਲੀ ਵਿੱਚ ਪਾਈ। ਪਰ ਇਹ ਸਾਰਾ ਕੁਝ ਸਾਨੂੰ ਪਰਮੇਸ਼ਰ ਨੇ ਦਿੱਤਾ ਕਾਹਦੇ ਵਾਸਤੇ ਸੀ? ਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜਿੱਦਾਂ ਕੋਈ ਬੜੇ ਗੁਨਾਹ ਕਰੇ ਤੇ ਆਪਾਂ ਕਹਿ ਦਿੰਦੇ ਚੱਲ ਇਹਨੂੰ ਇੱਕ ਮੌਕਾ ਹੋਰ ਦੇ ਦਿਓ। ਇਸੇ ਤਰ੍ਹਾਂ ਅਸੀਂ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਇਆ ਸਿਆਓ। ਇਹਨੂੰ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਸੀ। ਇਹਨੂੰ ਧੋਣ ਦੇ ਵਾਸਤੇ, ਜਨਮ ਸਫਲਾ ਕਰਨ ਦੇ ਵਾਸਤੇ, 84 ਲੱਖ ਦੇ ਗੇੜ ਵਿੱਚੋਂ ਛੁੱਟਣ ਦੇ ਲਈ ਸਾਨੂੰ ਫਿਰ ਸਤਿਗੁਰਾਂ ਨੇ ਇੱਕ ਵਾਰੀ ਦੇ ਦਿੱਤੀ ਕਿ ਤੈਨੂੰ ਮਨੁੱਖਾ ਜਨਮ ਦੇ ਦਿੱਤਾ ਹੈ। ਪਰ ਹੁਣ ਮਨੁੱਖਾ ਜਨਮ ਪਾ ਕਰਕੇ ਵੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਸੀਂ ਪਾਪ ਹੀ ਕਮਾਈ ਜਾਂਦੇ ਹਾਂ। ਇਹਦੇ ਨਾਲ ਸਾਡਾ ਚਿੱਤ ਜੁੜਿਆ ਹੋਏ, ਪਾਪ ਲੱਦੇ ਪਾਪੇ ਪਸਾਰਾ। ਪਾਪੀ ਬੰਦਾ ਪਾਪ ਦੇ ਨਾਲ ਲੱਦਿਆ ਹੋਇਆ ਤੇ 4 ਚੁਫੇਰੇ ਪਾਪ ਹੀ ਖਿਲਾਰਦਾ, ਕਿਉਂਕਿ ਜਿਹਦਾ ਪਾਪੀ ਹੈ ਉਹ ਧਰਮੀ ਨਹੀਂ ਹੋ ਸਕਦਾ। ਜਿਹਦੇ ਅੰਦਰ ਪ੍ਰੇਮ ਹੈ, ਧਰਮ ਹੈ, ਉਹੀ ਪ੍ਰੇਮ ਦੇ ਨਾਲ ਹਰ ਇੱਕ ਦੇ ਨਾਲ ਪ੍ਰੇਮ ਜੋੜੇਗਾ। ਪਰ ਜਿਹਦੇ ਮਨ ਦੇ ਅੰਦਰ ਲਾਲਚ ਹੈ ਉਹ ਪਾਪ ਹੀ ਖਿਲਾਰੇਗਾ 4 ਚੁਫੇਰੇ, ਕਿਉਂਕਿ ਉਹਦਾ ਮਨ ਲਾਲਚੀ ਹੋ ਚੁੱਕਾ ਹੈ। ਪਰ ਹਰ ਪਾਪ ਪਛਾਣੇ ਆਪ। ਜੇ ਮਨੁੱਖ ਪਾਪ ਛੱਡ ਕੇ ਆਪਣੇ ਆਪ ਨੂੰ ਪਛਾਣ ਲਵੇ, ਜੇ ਛੱਡ ਦਵੇ ਸਾਰਾ ਕੁਝ, ਕਿ ਮੈਨੂੰ ਗੁਰੂ ਸਾਹਿਬ ਜੀ ਆਹ ਸਮਝਾ ਰਹੇ ਨੇ, ਜਿੱਦਾਂ ਭਗਤ ਜੀ ਕਹਿ ਰਹੇ ਨੇ ਕਿ ਲਾਲਚ 'ਚ ਫਿਰ ਫਿਰ ਕਰਕੇ ਪਾਪ ਕਰੀ ਜਾਂਦਾ, ਔਦ ਪੁੰਨੀ ਖਿਨ ਮਾਹੇ। ਉਧਰ ਵੀ ਵੇਖਣਾ ਸਮਾਂ ਬੜਾ ਨੇੜੇ ਤੁਰਿਆ ਆਉਂਦਾ। ਇੱਕ ਖਿਨ ਦੇ ਉੱਪਰ ਤਾਂ ਮੌਤ ਖੜੀ ਹੋਈ ਹੈ, ਇੱਕ ਸਵਾਸ ਦੇ ਉੱਪਰ। ਸਵਾਸ ਆ ਗਿਆ ਤੇ ਜੀਵਨ ਹੈ, ਨਾ ਆਇਆ ਤੇ ਮੌਤ ਹੈ। ਪਰ ਇਸ ਗੱਲ ਦਾ ਭਰੋਸਾ ਨਹੀਂ ਕਿ ਅਖੀਰਲਾ ਕਿਹੜਾ ਆਉਣਾ ਹੈ ਤੇ ਕਦੋਂ ਸੰਸਾਰ ਦੇ ਵਿੱਚੋਂ ਤੁਰ ਜਾਣਾ ਹੈ। ਪਾਪ ਪਰ ਹਰ ਪਾਪ ਪਛਾਣੇ ਆਪ। ਪਰ ਜੇ ਬੰਦਾ ਇਸ ਗੱਲ ਨੂੰ ਸਮਝ ਜਾਵੇ, ਪਾਪ ਕਰਨੇ ਛੱਡ ਦੇਵੇ ਤੇ ਆਪਣੇ ਆਪ ਦੀ ਪਛਾਣ ਕਰ ਲੇ, ਸਤਿਗੁਰੂ ਕਹਿੰਦੇ ਨਾ ਤਿਸ ਸੋਗ ਵਿਜੋਗ ਸੰਤਾਪ। ਨਾ ਫਿਰ ਉਹਨੂੰ ਕਿਸੇ ਪ੍ਰਕਾਰ ਦਾ ਵਿਛੋੜਾ ਹੈ, ਨਾ ਦੁੱਖ ਹੈ, ਨਾ ਕੋਈ ਚਿੰਤਾ ਹੈ। ਸਾਰਾ ਕੁਝ ਹੀ ਸਤਿਗੁਰੂ ਪਾਤਸ਼ਾਹ ਜੀ ਮੇਟ ਦਿੰਦੇ ਨੇ। ਨਰਕ ਪੜਨ ਤੋਂ ਕਿਉਂ ਰਹੇ, ਕਿਉਂ ਬੰਚੇ ਜਮਕਾਲ। ਨਰਕ ਦੇ ਵਿੱਚ ਪੈਣੋਂ ਕਿਵੇਂ ਬਚੀਏ, ਕਿਵੇਂ ਜਮਾਂ ਦੀ ਮਾਰ ਤੋਂ ਆਪਣਾ ਟਾਲਾ ਹੋ ਸਕੇ। ਕਿਉ ਆਵਣ ਜਾਣਾ ਵੀਸਰੈ ਝੂਠ, ਬੁਰਾ ਖੈ ਕਾਲ। ਇਹਨਾਂ ਤੋਂ ਖਹਿੜਾ ਸਾਡਾ ਕਿੱਦਾਂ ਛੁੱਟੇ ਸਤਿਗੁਰੂ ਜੀ। ਤੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਕਹਿੰਦੇ ਭਾਈ ਇਹਦਾ ਤੇ ਫਿਰ ਇੱਕੋ ਹੀ ਤੇਰੇ ਕੋਲ ਦਵਾਈ ਹੈ, ਸਰਬ ਰੋਗ ਕਾ ਔਖਦ ਨਾਮ। ਸਾਰੇ ਹੀ ਰੋਗਾਂ ਨੂੰ ਕੱਟਣ ਵਾਲਾ ਕੇਵਲ ਤੇ ਕੇਵਲ ਇੱਕ ਪਰਮੇਸ਼ਰ ਦਾ ਨਾਮ ਹੀ ਹੈ। ਇੱਕ ਉਹੀ ਵੈਦ ਹੈ ਜਿਹੜਾ ਏਡੇ ਵੱਡੇ ਫੰਦੇ ਨੂੰ ਕੱਟ ਸਕਦਾ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਨਹੀਂ ਤੇ ਨਾਮ ਤੋਂ ਬਿਨਾਂ ਤੇ ਫਿਰ ਟੁੱਟ ਕਰਕੇ ਜੀਵਨ ਦੀ ਬਰਬਾਦੀ ਹੈ, ਇਹਦੀ ਸਫਲਤਾ ਹੀ ਆਪਾਂ ਨੂੰ ਪ੍ਰਾਪਤ ਨਹੀਂ ਹੋ ਸਕਦੀ। ਪਰ ਇੱਥੇ ਭਗਤ ਜੀ ਆਖਦੇ ਹਨ ਅਸੀਂ ਇਸ ਗੱਲ ਨੂੰ ਸਮਝਦੇ ਨਹੀਂ ਹਾਂ। ਇਹ ਮਨ ਇਸ ਗੱਲ ਨੂੰ ਛੇਤੀ ਕੀਤਿਆਂ ਮੰਨਦਾ ਨਹੀਂ ਹੈ, ਕਿਉਂਕਿ ਮਨ ਇੱਕ ਪੰਛੀ ਦੀ ਤਰ੍ਹਾਂ ਹੈ। ਕਦੇ ਕਿਸ ਉਡਾਰੀ ਮਾਰ ਕਰਕੇ ਕਿਸੇ ਬੰਨੇ ਨਿਕਲ ਜਾਂਦਾ ਹੈ, ਕਦੇ ਉਡਾਰੀ ਮਾਰ ਕਰਕੇ ਕਿਸੇ ਬੰਨੇ ਨਿਕਲ ਜਾਂਦਾ ਹੈ। ਇਹਦੇ ਉੱਪਰ ਚੰਗੀ ਤੈਨੂੰ ਸੰਗਤ ਧਾਰਨ ਕਰਨੀ ਪਵੇਗੀ, ਕਿਉਂਕਿ ਜਿਹੋ ਜੀ ਸੰਗਤ ਮਿਲਦੀ ਉਹੋ ਜੀ ਰੰਗਤ ਵੀ ਚੜ੍ਹਦੀ ਹੈ ਮਨ ਨੂੰ ਜ਼ਰੂਰ ਦੇ ਜ਼ਰੂਰ। ਅਨੇਕਾਂ ਐਸੇ ਆਪਣੇ ਕੋਲ ਜੀਵਨ ਨੇ ਜਿਨ੍ਹਾਂ ਦਾ ਜੀਵਨ ਇੰਨ ਬਿੰਨ ਵਿਗੜਿਆ ਹੋਇਆ ਸੀ, ਪਰ ਜਦੋਂ ਉਹਨਾਂ ਦੀ ਕਿਸੇ ਨਾਮ ਜਪਣ ਵਾਲੇ ਦੇ ਨਾਲ ਸੰਗਤ ਹੋ ਗਈ ਤੇ ਉਹਨਾਂ ਦਾ ਸਾਰਾ ਜੀਵਨ ਹੀ ਬਦਲਿਆ ਗਿਆ। ਉਹਨਾਂ ਦੇ ਉੱਪਰ ਕਿਰਪਾ ਵਰਤ ਗਈ। ਜਿੱਥੇ ਉਹ ਆਪ ਜੁੜੇ ਸਨ ਪਰਮੇਸ਼ਰ ਦੇ ਨਾਲ, ਉਹਨਾਂ ਨੇ ਉਹਨਾਂ ਨੂੰ ਵੀ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੋੜ ਦਿੱਤਾ ਤੇ ਉਹਨਾਂ ਦਾ ਜੀਵਨ ਜਿਹੜਾ ਸੀ ਉਹ ਸਬਰ ਗਿਆ।
ਪਰ ਸਬਰ ਦਾ ਤਾਂ ਹੀ ਹੈ। ਸਤਿਗੁਰੂ ਕਹਿੰਦੇ ਜੇ ਚੰਗੇ ਦੀ ਸੰਗਤ ਹੋ ਜਾਵੇ, ਬੰਦਾ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜਾਵੇ, ਪਰ ਜੇ ਨਹੀਂ ਜੁੜਦਾ ਤਾਂ ਫਿਰ ਇੱਥੇ ਭਗਤ ਜੀ ਆਖਦੇ ਨੇ ਕਿ ਫਿਰ ਪਾਪ ਕਰਦਿਆਂ ਸਾਰੀ ਉਮਰ ਜਿਹੜੀ ਹੈ ਉਹ ਨਿਕਲ ਜਾਂਦੀ ਹੈ। ਹੁਣ ਭਗਤ ਜੀ ਸਾਨੂੰ ਇਹ ਕਿਰਪਾ ਕਰਕੇ ਸਮਝਾਓ ਕਿ ਅਸੀਂ ਜੁੜੀਏ ਕਿੱਦਾਂ ਆਪ ਜੀ ਦੇ ਨਾਮ ਦੇ ਨਾਲ ਸਾਡਾ ਜੁੜਨਾ ਹੋ ਜਾਵੇ। ਤਾਂ ਫਿਰ ਅਗਲੇ ਸ਼ਲੋਕ ਦੇ ਅੰਦਰ ਭਗਤ ਜੀ ਇੱਥੇ ਬਖਸ਼ਿਸ਼ ਕਰ ਰਹੇ ਨੇ, ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੇ ਕਬਹੂ ਕੇ ਸੁਣੇ ਪੁਕਾਰ। ਭਗਤ ਜੀ ਕਹਿੰਦੇ ਇੱਕ ਤੇ ਉਹ ਨੇ ਜਿਹੜੇ ਗਾਫਲ ਹੋ ਕਰਕੇ ਤੇ ਗੂੜੀ ਨੀਂਦ ਸੌ ਜਾਂਦੇ ਨੇ, ਉਹਨਾਂ ਨੂੰ ਆਪਾਂ ਕਹਿੰਦੇ ਨਾ ਕਿ ਫਲਾਣਾ ਬੇਫਿਕਰਾ ਹੋ ਕਰਕੇ ਸੁੱਤਾ। ਇੱਕ ਬੰਦਾ ਕਹਿੰਦਾ ਮੈਨੂੰ ਤੇ ਚਿੰਤਾ ਲੱਗੀ ਹੋਈ ਤੇ ਸਾਰੀ ਰਾਤ ਨੀਂਦ ਹੀ ਨਹੀਂ ਆਈ। ਜਿਹਨੂੰ ਚਿੰਤਾ ਲੱਗ ਗਈ ਉਹਦੀਆਂ ਅੱਖਾਂ ਦੇ ਵਿੱਚ ਨੀਂਦ ਨਹੀਂ। ਜਿਹੜਾ ਬੇਫਿਕਰਾ ਹੋ ਗਿਆ ਉਹ ਸਾਰੀ ਰਾਤ ਭਾਵੇਂ ਸੁੱਤਾ ਰਵੇ, ਉਹਦੇ ਘਰ ਦਾ ਭਾਵੇਂ ਸਾਜੋ ਸਮਾਨ ਲੁੱਟਿਆ ਜਾਵੇ ਸਾਰਾ ਕੁਝ ਹੀ, ਪਰ ਜਿਹੜਾ ਜਾਗਦਾ ਰਹਿੰਦਾ ਹੈ, ਸੁਚੇਤ ਹੋ ਕਰਕੇ ਰਹਿੰਦਾ, ਉਹਨੂੰ ਕਿਸੇ ਦੇ ਆਉਣ ਦੀ ਖਬਰ ਰਹਿੰਦੀ ਹੈ। ਜੇ ਕੋਈ ਲੁੱਟਣ ਵਾਸਤੇ ਆਉਂਦਾ ਤੇ ਉਹਦੇ ਘਰ ਨੂੰ ਕੋਈ ਲੁੱਟ ਨਹੀਂ ਸਕਦਾ। ਭਗਤ ਜੀ ਕਹਿੰਦੇ ਨੇ ਪਾਪ ਤੋਂ ਬਚਣਾ ਹੈ, ਲਾਲਚ ਦੇ ਵਿੱਚੋਂ ਬਾਹਰ ਨਿਕਲਣਾ ਹੈ। ਇਹਦੇ ਵਾਸਤੇ ਇੱਦਾਂ ਕਰਿਆ ਕਰ, ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਸਾਰ। ਕਹਿਣ ਲੱਗੇ ਚਿੰਤਾ ਦੇ ਵਿੱਚ ਰਿਹਾ ਕਰ, ਬੇਚਿੰਤ ਹੋ ਕਰਕੇ ਨਾ ਸੁੱਤਾ ਰਿਹਾ ਕਰ। ਇੱਥੇ ਹੁਣ ਸਾਨੂੰ ਚਿੰਤਾ ਇਹ ਨਹੀਂ ਕਹਿ ਰਹੇ ਜਿਹੜੀ ਇੱਕ ਤੇ ਅਸੀਂ ਦੁਨਿਆਵੀ ਚਿੰਤਾ ਚੁੱਕੀ ਫਿਰਦੇ ਆ, ਸਾਨੂੰ ਇਹ ਚਿੰਤਾ ਹੈ ਕਿ ਮੇਰੇ ਕੋਲ ਸਮਾਂ ਬਹੁਤ ਘੱਟ ਹੈ। ਵੀ ਇੱਕ ਬਹੁਤ ਵੱਡੀ ਚਿੰਤਾ ਹੈ। ਬੰਦਾ ਕਦੇ 2 ਘੜੀਆਂ ਬੈਠ ਕਰਕੇ ਸੋਚੇ ਨਾ ਇਹਦੇ ਉੱਪਰ। ਜਿਹੜਾ ਮੌਤ ਸ਼ਬਦ ਹੈ ਤੇ ਵੈਸੇ ਹੀ ਜਦੋਂ ਬੰਦੇ ਦੇ ਕੰਨਾਂ 'ਚ ਪੈਂਦਾ ਤੇ ਬੰਦਾ ਅੰਦਰ ਤੋਂ ਕੰਬ ਜਾਂਦਾ। ਇੱਕ ਮੌਤ ਸ਼ਬਦ ਇੱਦਾਂ ਦਾ ਹੈ, ਬੰਦੇ ਦੇ ਕੰਨਾਂ 'ਚ ਪੈ ਜਾਵੇ ਤੇ ਬੰਦਾ ਹਿੱਲ ਜਾਂਦਾ ਅੰਦਰ ਤੋਂ ਇੱਕਦਮ ਹੀ ਕਿਸੇ ਦੀ ਆਵਾਜ਼ ਸੁਣ ਕਰਕੇ। ਇੱਥੋਂ ਤੱਕ ਕਿ ਰਾਤ ਦੇ ਸਮੇਂ ਦੇ ਵਿੱਚ ਜੇ ਕਿਤੇ ਸਾਡੇ ਫੋਨ ਦੀ ਬੈਲ ਵੱਜ ਜਾਂਦੀ ਹੈ, ਸਾਡਾ ਹਿਰਦਾ ਉਸੇ ਟਾਈਮ 'ਤੇ ਕੰਬਦਾ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਅਣਹੋਣੀ ਗੱਲ ਨਾ ਹੋਵੇ। ਕਿਉਂਕਿ ਮੌਤ ਇੱਕ ਸ਼ਬਦ ਇੱਦਾਂ ਦਾ ਹੈ, ਇਹਨੂੰ ਸਤਿਗੁਰੂ ਕਹਿੰਦੇ ਤੂੰ ਯਾਦ ਕਰਕੇ ਰੱਖ, ਇਹਨੂੰ ਭੁਲਾ ਨਾ ਕਦੇ ਵਾਸਤੇ ਵੀ। ਇਹਦੀ ਚਿੰਤਾ ਕਰਿਆ ਕਰਕੇ ਪਤਾ ਨਹੀਂ ਮੇਰੇ ਕੋਲ ਆਹ ਦਿਨ ਆ ਗਿਆ, ਰਾਤ ਆਉਣੀ ਹੈ ਜਾਂ ਨਹੀਂ ਆਉਣੀ, ਰਾਤ ਆ ਗਈ ਦਿਨ ਦਾ ਪਤਾ ਨਹੀਂ। ਇਸ ਗੱਲ ਨੂੰ ਲੈ ਕਰਕੇ ਕਬੀਰ ਕੇਸੋ ਕੇਸੋ ਕੂਕੀ ਹੈ, ਰਾਤ ਦਿਨ ਆਵਾਜ਼ਾਂ ਮਾਰਿਆ ਕਰ, ਰਾਤ ਦਿਨ ਨਾ ਸੋਈਏ ਸਾਰ। ਐਵੇਂ ਗਾਫਲ ਹੋ ਕਰਕੇ ਨਾ ਸੁੱਤਾ ਰਿਹਾ ਕਰ। ਕਿਉਂਕਿ ਇੱਕ ਗੱਲ ਯਾਦ ਰੱਖੀ, ਰਾਤ ਦਿਵਸ ਕੇ ਕੂਕਣੇ ਕਬਹੂ ਕੇ ਸੁਣੇ ਪੁਕਾਰ। ਕਿਤੇ ਨਾ ਕਿਤੇ ਤਾਂ ਆਵਾਜ਼ ਪਹੁੰਚੇਗੀ ਨਾ ਉਸ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਜਾ ਕਰਕੇ। ਪਰ ਜੇ ਆਪਾਂ ਰਾਤ ਦਿਨ ਕੂਕਾਂਗੇ ਤਾਂ ਫੇਰ ਹੀ ਪਹੁੰਚਣੀ ਹੈ। ਜੇ ਬੰਦਾ ਬੇਚਿੰਤ ਹੋ ਕਰਕੇ ਤੁਰਿਆ ਫਿਰਦਾ ਕਿ ਮੈਨੂੰ ਕਿਸੇ ਪ੍ਰਕਾਰ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਇਹ ਜੀਵਨ ਦੀ ਔਤ ਤੇ ਖਤਮ ਹੋਣੀ ਹੈ। ਆਪਣੇ ਨਾਲ ਦੇ ਬੜੇ ਸੰਗੀ ਸਾਥੀ ਜਾ ਚੁੱਕੇ ਨੇ। ਇਹਨਾਂ ਚੀਜ਼ਾਂ ਨੂੰ ਮਨ ਦੇ ਅੰਦਰ ਘਰ ਕਰਕੇ ਰੱਖਿਆ ਕਰੀਏ। ਫਰੀਦਾ ਕਿੱਥੇ ਤੈਡੇ ਮਾਪਿਆ ਜਿੰਨੀ ਤੂੰ ਜਣਿਓ ਹੈ, ਤੇ ਪਾਸੋਂ ਲੱਦ ਗਏ ਤੂੰ ਅਜੇ ਨਾ ਪਤੀ ਨੋਹੇ। ਜਨਮ ਦੇਣ ਵਾਲੇ ਵੀ ਜਾ ਚੁੱਕੇ ਨੇ। ਸੰਗ ਚਲਤ ਹੈ ਹਮ ਵੀ ਚਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਨਾਲ ਦੇ ਬਹੁਤ ਜ਼ਿਆਦਾ ਜਾ ਚੁੱਕੇ ਨੇ ਮੇਰੇ ਸੰਗੀ ਸਾਥੀ। ਮੇਰਾ ਵੀ ਜਾਣਾ ਹੋਵੇਗਾ ਸੰਸਾਰ ਦੇ ਵਿੱਚੋਂ। ਹਾਂ, ਹੋ ਸਕਦਾ ਮੈਂ ਕੋਈ 2 4 5 10 ਸਾਲ ਦੀ ਯਾਤਰਾ ਹੋਰ ਆਪਣੀ ਬਤੀਤ ਕਰਨੀ ਹੋਵੇ, ਪਰ ਜਾਣਾ ਜ਼ਰੂਰ ਹੈ ਸੰਸਾਰ ਦੇ ਵਿੱਚੋਂ। ਤੇ ਜਾਣ ਤੋਂ ਪਹਿਲਾਂ ਸਤਿਗੁਰੂ ਮੈਂ ਜਿਹੜੇ ਕਾਰਜ ਵਾਸਤੇ ਆਇਆ ਨਾ, ਮੇਰਾ ਉਹ ਕਾਰਜ ਪੂਰਾ ਹੋ ਜਾਵੇ, ਮੈਂ ਉਸ ਕਾਰਜ ਨੂੰ ਪੂਰਾ ਕਰ ਸਕਾਂ ਤੇ ਮੇਰੇ ਮਨ ਦੇ ਅੰਦਰ ਕੋਈ ਸ਼ੰਕਾ ਨਾ ਰਹਿ ਜਾਵੇ ਕਿਸੇ ਪ੍ਰਕਾਰ ਦਾ। ਪਰ ਇਹ ਕਾਰਜ ਤਾਂ ਹੀ ਪੂਰਾ ਹੋਵੇਗਾ, ਭਗਤ ਜੀ ਕਹਿੰਦੇ ਨੇ, ਜੇ ਆਪਾਂ ਰਾਤ ਦਿਨ ਆਵਾਜ਼ ਮਾਰਾਂਗੇ। ਕਿਤੇ ਨਾ ਕਿਤੇ ਤਾਂ ਆਵਾਜ਼ ਪਹੁੰਚੇਗੀ ਨਾ ਆਪਣੀ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਇੱਕ ਬਚਨ ਪੜ੍ਹਦੇ ਆਪਾਂ ਮਲਾਰ ਰਾਗ ਦੇ ਅੰਦਰ। ਹਾਲਾਂਕਿ ਸਾਨੂੰ ਸਮਝਾਉਣ ਦੇ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਰਾ ਕੁਝ ਕੀਤਾ, ਉਹ ਤੇ ਆਪ ਨਿਰੰਕਾਰ ਦਾ ਸਰੂਪ ਸਨ। ਰਾਤ ਦੇ 12 ਵਜੇ ਹੋਏ ਨੇ, ਘਰ ਦੇ ਵਿੱਚ ਦੀਵਾ ਜਗਾ ਕਰਕੇ ਬੈਠੇ ਨੇ, ਤਾਂ ਮਾਤਾ ਤ੍ਰਿਪਤਾ ਜੀ ਉੱਠਦੇ ਨੇ, ਕਹਿਣ ਲੱਗੇ ਨਾਨਕ ਪੁੱਤਰ ਤੂੰ ਵੀ 2 ਘੜੀਆਂ ਆਰਾਮ ਕਰ ਲੈ। ਦੇਖ ਸਾਰੀ ਕਾਇਨਾਤ ਜਿਹੜੀ ਉਹ ਸੁੱਤੀ ਪਈ ਹੈ, ਸਾਰੇ ਸੁੱਤੇ ਹੋਏ ਨੇ, ਅੱਧੀ ਰਾਤ ਲੰਘ ਚੁੱਕੀ ਹੈ। ਕਹਿਣ ਲੱਗੇ ਜੇ ਮਾਤਾ ਜੀ ਨੇ ਇੰਨੀ ਗੱਲ ਕਹੀ ਤੇ ਉਹਨੇ ਚਿਰ ਨੂੰ ਇੱਕ ਪਪੀਹੇ ਦੇ ਬੋਲਣ ਦੀ ਆਵਾਜ਼ ਆਈ। ਜਦੋਂ ਪਪੀਹਾ ਬੋਲਿਆ ਤੇ ਉੱਥੇ ਸਤਿਗੁਰਾਂ ਨੇ ਉਹ ਪੰਕਤੀ ਵਰਤੀ, ਕਹਿਣ ਲੱਗੇ ਰੈਣ ਬਬੀਹਾ ਬੋਲਿਓ ਮੇਰੀ ਮਾਈ। ਕਹਿਣ ਲੱਗੇ ਮਾਂ ਦੇਖ, ਜਿਨ੍ਹਾਂ ਦਾ ਵਿਛੋੜਾ ਪਿਆ ਹੁੰਦਾ ਨਾ, ਉਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਸੁੱਤੇ ਤਾਂ ਉਹ ਪਏ ਨੇ ਜਿਨ੍ਹਾਂ ਨੂੰ
ਕੋਈ ਪਰਵਾਹ ਹੀ ਨਹੀਂ ਕਿ ਅਸੀਂ ਵਿਛੜੇ ਹੋਏ ਹਾਂ ਤੇ ਅਸੀਂ ਮਿਲਣਾ ਵੀ ਹੈ ਪਰਮਾਤਮਾ ਦੇ ਚਰਨਾਂ ਦੇ ਨਾਲ। ਉਹ ਸੁੱਤੇ ਪਏ ਨੇ, ਪਰ ਵੇਖ ਇੱਕ ਪਪੀਹੇ ਨੂੰ ਵੀ ਤਾਂਘ ਲੱਗੀ ਹੋਈ ਹੈ, ਉਹਨੂੰ ਵੀ ਸਵਾਤੀ ਬੂੰਦ ਦੀ ਲੋੜ ਹੈ। ਕਦੋਂ ਸਵਾਤੀ ਬੂੰਦ ਆਣ ਕਰਕੇ ਉਹਦੇ ਮੁੱਖ ਦੇ ਵਿੱਚ ਪਵੇ ਤੇ ਉਹਦੀ ਪਿਆਸ ਬੁੱਝ ਜਾਵੇ। ਉਹ ਵੀ ਰਾਤ ਨੂੰ ਦੇਖ ਪੁਕਾਰ ਕਰਦਾ ਪਿਆ, ਮਾਂ ਅਸੀਂ ਤੇ ਬੜੇ ਜਨਮਾਂ ਤੋਂ ਵਿਛੜੇ ਹੋਏ ਆ, ਸੁੱਤਿਆਂ ਤੇ ਗੱਲ ਨਹੀਂ ਬਣਨੀ। ਇਸ ਕਰਕੇ ਇੱਥੇ ਸਾਨੂੰ ਭਗਤ ਜੀ ਇਹ ਗੱਲ ਸਮਝਾ ਰਹੇ ਨੇ ਕਿ ਆਪਾਂ ਰਾਤ ਦਿਵਸ ਕੇ ਕੂਕਣੇ ਕਦੇ ਵੀ ਨਹੀਂ ਭੁਲਾਉਣਾ ਪਰਮੇਸ਼ਰ ਨੂੰ ਆਪਣੇ ਮਨ ਦੇ ਵਿੱਚੋਂ। ਭੁਲਾਵਾਂਗੇ ਨਾ ਤੇ ਅਸੀਂ ਪਾਪਾਂ ਤੋਂ ਬਚ ਜਾਵਾਂਗੇ, ਭੁਲਾਵਾਂਗੇ ਨਾ ਤੇ ਅਸੀਂ ਲੋਭ ਲਾਲਚ ਦੇ ਵਿੱਚੋਂ ਬਚ ਜਾਵਾਂਗੇ। ਸਾਡੇ ਉੱਪਰ ਗੁਰੂ ਸਾਹਿਬ ਜੀ ਦੀ ਕਿਰਪਾ ਹੋਣ ਲੱਗ ਪਵੇਗੀ। ਜਦੋਂ ਗੁਰੂ ਸਾਹਿਬ ਜੀ ਦੀ ਕਿਰਪਾ ਹੋਣ ਲੱਗ ਪਈ, ਕਿਤੇ ਨਾ ਕਿਤੇ ਸਾਡੀ ਕੀਤੀ ਹੋਈ ਅਰਦਾਸ ਬੇਨਤੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਕਰਕੇ ਪ੍ਰਵਾਨ ਹੋ ਜਾਵੇਗੀ। ਜਿੱਦਣ ਬੇਨਤੀ ਪ੍ਰਵਾਨ ਹੋ ਗਈ ਕਿ ਵਿਸਰ ਨਾਹੀ ਦਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਸਤਿਗੁਰੂ ਇੱਦਾਂ ਦਾ ਸਾਡਾ ਜੀਵਨ ਬਣਾ ਦਿਓ, ਸਾਨੂੰ ਰਾਤ ਦਿਨ ਆਪ ਜੀ ਦੀ ਯਾਦ ਨਾ ਭੁੱਲੇ, ਤੁਹਾਡੇ ਚਰਨਾਂ ਦੇ ਨਾਲ ਜੁੜੇ ਰਹੀਏ ਰਾਤ ਦਿਨ। ਜਿਹੜੇ ਕਾਰਜ ਵਾਸਤੇ ਆਏ ਸਤਿਗੁਰੂ ਸਾਡਾ ਉਹ ਕਾਰਜ ਪੂਰਾ ਕਰਵਾ ਦਿਓ। ਅਬ ਕੀ ਬਾਰ ਬਖਸ਼ ਬੰਦੇ ਕੋ, ਬਾਹਰ ਨਾ ਭਵਜਲ ਫੇਰਾ, ਦੁਬਾਰਾ ਨਾ ਆਉਣਾ ਪਵੇ। ਪਰਮਾਫ ਕਰਿਓ। ਅਸੀਂ ਇਹ ਅਰਦਾਸਾਂ ਬੇਨਤੀਆਂ ਬੰਦੇ ਦੇ ਜਾਣ ਤੋਂ ਬਾਅਦ ਦੇ ਵਿੱਚ ਕਰਦੇ ਹਾਂ, ਪਰ ਸਤਿਗੁਰੂ ਕਹਿੰਦੇ ਨਹੀਂ, ਜੋ ਕੁਝ ਵੀ ਕਰਨਾ ਆਪਣੇ ਜੀਂਦੇ ਜੀ ਕਰਿਆ ਕਰ। ਆਪਣੇ ਹੱਥੀਂ ਜਿੰਨੀ ਸੇਵਾ ਕਰ ਲਵੇਂਗਾ ਇਹਦਾ ਹੀ ਫਲ ਪ੍ਰਾਪਤ ਹੋਣ ਵਾਲਾ ਹੈ। ਜਿੰਨਾ ਆਪਣੀ ਇਸ ਰਸਨਾ ਦੇ ਨਾਲ ਨਾਮ ਜਪ ਲਵੇਂਗਾ ਉਹਦਾ ਹੀ ਲਾਹਾ ਪ੍ਰਾਪਤ ਹੋਣਾ ਹੈ। ਇਹ ਰਾਤ ਦਿਨ ਆਪ ਬੇਨਤੀ ਕਰਿਆ ਕਰ, ਸਤਿਗੁਰੂ ਸਾਨੂੰ ਬਖਸ਼ ਲਓ, ਅਸੀਂ ਬਹੁਤ ਵੱਡੇ ਗੁਨਾਹਗਾਰ ਹਾਂ, ਪੈਰ ਪੈਰ ਦੇ ਉੱਪਰ ਗੁਨਾਹ ਕਰਨ ਵਾਲੇ ਹਾਂ, ਪਰ ਬੜੀ ਵੱਡੀ ਕਿਰਪਾ ਹੈ ਸਾਡਾ ਜਨਮ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਘਰ ਵਿੱਚ ਹੋਇਆ ਹੈ। ਅਸੀਂ ਜਿੱਡੇ ਵੱਡੇ ਪਾਪੀ ਹਾਂ, ਸਾਡਾ ਓਡਾ ਵੱਡਾ ਹੀ ਉਹ ਕਰਤਾਰ ਵਾਹਿਗੁਰੂ ਬਖਸ਼ਣਹਾਰ ਵੀ ਇਹ। ਹਮਸਰ ਦੀਨ ਦਇਆਲ ਨਾ ਤੁਮ ਸਰ, ਸਾਡੇ ਵਰਗਾ ਦੀਨ ਕੋਈ ਨਹੀਂ, ਤੁਹਾਡੇ ਵਰਗਾ ਦਿਆਲੂ ਕੋਈ ਨਹੀਂ। ਸਤਿਗੁਰੂ ਕਿਰਪਾ ਕਰਕੇ ਸਾਨੂੰ ਇੱਕ ਵਾਰੀ ਬਖਸ਼ ਕਰਕੇ ਰਹਿਮਤ ਕਰਕੇ ਸਤਿਗੁਰੂ ਜੀ ਸਿੱਧੇ ਰਸਤੇ ਉੱਪਰ ਤੋਰ ਦਿਓ, ਤਾਂ ਜੋ ਸਾਡਾ ਆਪ ਜੀ ਦੇ ਚਰਨਾਂ ਦੇ ਨਾਲ ਮਿਲਣਾ ਹੋ ਸਕੇ ਤੇ ਅਸੀਂ ਜਨਮ ਤੇ ਮਰਨ ਦੇ ਇਸ ਚੱਕਰ ਦੇ ਵਿੱਚੋਂ ਛੁੱਟ ਜਾਈਏ। ਸੋ ਭਗਤ ਜੀ ਨੇ ਕਿਰਪਾ ਤੇ ਰਹਿਮਤ ਕਰਕੇ ਸਾਨੂੰ ਅੱਜ ਦੇ ਇਹਨਾਂ 2 ਸ਼ਲੋਕਾਂ ਦੇ ਦੁਆਰਾ ਇਹ ਪਾਵਨ ਤੇ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਭਗਤਾਂ ਦੀ ਰਚਨਾ ਤੋਂ ਕਿਹਾ ਹੋਇਆ ਇੱਕ ਇੱਕ ਬਚਨ ਸਾਡੇ ਜੀਵਨ ਦਾ ਅੰਗ ਬਣ ਜਾਵੇ। ਅਸੀਂ ਵੀ ਸਤਿਗੁਰੂ ਆਪ ਜੀ ਨੂੰ ਰਾਤ ਦਿਨ ਧਿਆਉਂਦਿਆਂ ਹੋਇਆਂ, ਯਾਦ ਕਰਦਿਆਂ ਹੋਇਆਂ, ਸੇਵਾ ਤੇ ਸਿਮਰਨ ਕਰਦਿਆਂ ਹੋਏ ਸਾਡਾ ਸਮਾਂ ਬਤੀਤ ਹੋ ਜਾਵੇ, ਤਾਂ ਜੇ ਅੰਤ ਦੇ ਸਮੇਂ ਜਾ ਕਰਕੇ ਸਤਿਗੁਰੂ ਅਸੀਂ ਤੁਹਾਡੀ ਦਰਗਾਹ ਦੇ ਵਿੱਚ ਬੈਠਣ ਜੋਗੇ ਹੋ ਜਾਈਏ। ਸੋ ਪਾਵਨ ਤੇ ਪਵਿੱਤਰ ਸ਼ਲੋਕਾਂ ਦੀ ਵਿਚਾਰ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਣੀਆਂ ਸੁਭਾਵਿਕ ਨੇ। ਸਤਿਗੁਰਾਂ ਦੀ ਸਾਜੀ ਨਵਾਜੀ ਸੰਗਤ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਅਗਾਂਹ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ। ਆਓ ਪਾਵਨ ਸ਼ਲੋਕ ਦੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਜੀ। ਕਬੀਰ ਕੇਸੋ ਕੇਸੋ ਕੁਕੀਐ, ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੇ, ਕਬਹੂ ਕੇ ਸੁਣੇ ਪੁਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।